ਹੁਣ ਪੇਸ਼ ਹੈ ਕਹਾਣੀ ਗੁਰਪ੍ਰੀਤ ਦੀ ਜ਼ੁਬਾਨੀ। ਸੋ ਇਹ ਕਹਾਣੀ ਹੈ ਆਈ ਮਿਸ ਯੂ ਮਾਂ, ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ। ਤੇ ਇਹਦੇ ਪਾਤਰ ਮਾਂ ਹੈ, ਪਾਪਾ ਨੇ ਤੇ ਬੇਟਾ ਰਿਸ਼ੀ ਜੋ ਜਵਾਨ ਹੋ ਚੁੱਕਿਆ, ਉਹਦੀ ਨੌਕਰੀ ਲੱਗ ਗਈ ਹੈ। ਵਿਆਹ ਹੋਣਾ ਰਿਸ਼ੀ ਦਾ ਤੇ ਉਹਦੀ ਪਤਨੀ ਹੈ ਨੀਲਮ। ਮਾਂ ਪਾਪਾ ਦੇ ਕੋਲ ਕੰਮ ਕਰਨ ਵਾਲਾ ਹੈ ਛੋਟੂ, ਤੇ ਉਹਨਾਂ ਦੇ ਕੋਲ ਹੀ ਹੈ ਕੁੱਤਾ ਜਿਹਦਾ ਨਾਮ ਹੈ ਮੋਤੀ। ਬੱਦਲਵਾਈ ਦਾ ਦਿਨ ਸੀ, ਮੀਂਹ ਕਦੇ ਪੈਣ ਲੱਗ ਜਾਂਦਾ ਸੀ, ਕਦੇ ਹਟ ਜਾਂਦਾ ਸੀ। ਗਰਮੀ ਘਟ ਗਈ ਸੀ, ਮੌਸਮ ਸੋਹਣਾ ਹੋ ਗਿਆ ਸੀ। ਛੁੱਟੀ ਦਾ ਦਿਨ ਸੀਗਾ। ਮਾਂ ਨੇ ਖੀਰ ਪੂੜੇ ਬਣਾਏ, ਪਤੀ ਨੇ ਪੁੱਤਰ ਨੂੰ ਬੜੇ ਹੀ ਚਾਵਾਂ ਦੇ ਨਾਲ ਖਵਾਏ। ਸਵਾਦ ਵੀ ਬਹੁਤ ਸੀ। ਮਖੌਲ ਕਰੀ ਜਾਂਦੇ ਸੀ ਇੱਕ ਦੂਸਰੇ ਨੂੰ, ਤੇਰੀ ਮਾਂ ਨੂੰ ਪਕਾਉਣ ਖਾਣ ਤੋਂ ਇਹਨਾਂ ਇਲਾਵਾ ਕੋਈ ਕੰਮ ਹੀ ਨਹੀਂ ਹੈ। ਪਾਪਾ ਨੇ ਰਿਸ਼ੀ ਵੱਲ ਦੇਖ ਕੇ ਮਜ਼ਾਕ ਕੀਤਾ। ਅੰਨ ਵਿੱਚ ਹੀ ਪ੍ਰਾਣ ਹੁੰਦੇ ਆ, ਸਿਆਣੇ ਨੇ ਕਿਹਾ ਹੈ, ਜਿਹੋ ਜਿਹਾ ਅੰਨ ਉਹ ਜਿਹਾ ਮਨ, ਖਾਓ ਢਿੱਡ ਭਰਦਾ ਹੋਵੇ ਤੁਹਾਡਾ। ਪਾਪਾ ਮੰਮੀ ਨੂੰ ਐਵੇਂ ਹੀ ਤੁਸੀਂ ਛੇੜਦੇ ਰਹਿੰਦੇ ਹੋ, ਐਵੇਂ ਹੀ ਕ੍ਰਿਟੀਸਾਈਜ਼ ਕਰਦੇ ਰਹਿੰਦੇ ਹੋ, ਇੰਨੇ ਸਵਾਦ ਹੈ। ਹਾਂ ਇਹਨਾਂ ਨੇ ਤਾਂ ਮੇਰੀ ਹਰ ਗੱਲ ਉਲਟੀ ਕਰਨੀ ਹੁੰਦੀ ਹੈ, ਐਵੇਂ ਪੁੱਠੀ ਕਰਨੀ ਹੁੰਦੀ ਇਹਨਾਂ ਨੇ ਜਿਹੜੀ ਗੱਲ ਕਰਨੀ ਹੈ। ਫਿਰ ਪਾਪਾ ਨੇ ਕਿਹਾ ਵੀ ਰਿਸ਼ੀ ਤੇਰੀ ਮਾਂ ਬੜੀ ਚੰਗੀ ਹੈ, ਸਾਰਿਆਂ ਦਾ ਧਿਆਨ ਰੱਖਦੀ, ਤੇਰਾ ਵੀ ਮੇਰਾ ਵੀ ਪਿੰਡ ਵਾਲਿਆਂ ਦਾ ਵੀ, ਸਾਰਿਆਂ ਦਾ ਧਿਆਨ ਰੱਖਦੀ, ਕਿੰਨੀ ਮਿੱਠੀ ਹੈ। ਤੇ ਇਹ ਸਭ ਗੱਲਾਂ ਜਿਹੜੀਆਂ ਘਰ ਦੇ ਵਿੱਚ ਆਮ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ, ਹਾਸਾ ਮਜ਼ਾਕ। ਇਹ ਵੀ ਜ਼ਿਕਰ ਕਿ ਬਈ ਹੁਣ ਰਿਸ਼ੀ ਦਾ ਫਿਕਰ ਕਰੋ, ਇਹਦੀ ਪੋਸਟਿੰਗ ਦੀ ਚਿੱਠੀ ਆ ਜਾਣੀ ਹੈ, PCS ਵਿੱਚੋਂ ਪਾਸ ਹੋ ਜਾਣਾ, ਅਫਸਰ ਲੱਗਣਾ ਕੋਈ ਛੋਟੀ ਗੱਲ ਥੋੜ੍ਹੀ ਹੁੰਦੀ ਹੈ। ਇਹਦੀ ਬਦਲੀ ਕਿੱਥੇ ਜਾਣੀ ਹੈ, ਇਹਦੀ ਪੋਸਟਿੰਗ ਕਿੱਥੇ ਹੋਣੀ ਹੈ, ਇਸ ਗੱਲ ਦਾ ਮਾਂ ਨੂੰ ਫਿਕਰ ਸੀ। ਓਹੋ ਵੱਡਾ ਅਫਸਰ ਲੱਗਣਾ ਹੈ, ਇੱਦਾਂ ਦੀਆਂ ਗੱਲਾਂ ਨਾਲ ਚਿੰਤਾ ਨਹੀਂ ਕਰੀਦੀ ਹੁੰਦੀ। ਤੇ ਪੋਸਟਿੰਗ ਰਿਸ਼ੀ ਦੀ ਹੋ ਗਈ ਅੰਮ੍ਰਿਤਸਰ ਦੀ। ਸਰਕਾਰੀ ਕੋਠੀ ਇੱਥੇ ਖਾਲੀ ਨਹੀਂ ਸੀ ਹੋਈ। ਮਹਿਕਮੇ ਵਾਲਿਆਂ ਨੇ ਆਪ ਹੀ ਚੰਗੇ ਇਲਾਕੇ 'ਚ ਇੱਕ ਨਵਾਂ ਘਰ ਲੱਭ ਲਿਆ ਸੀਗਾ। ਮਾਂ ਤੇ ਪਾਪਾ ਉਹਨੂੰ ਛੱਡਣ ਗਏ, ਕੁਝ ਚੀਜ਼ਾਂ ਘਰੋਂ ਲੈ ਗਏ, ਕੁਝ ਉੱਥੋਂ ਲੈ ਲਈਆਂ, ਘਰ ਸੈੱਟ ਕਰਵਾਤਾ ਇੱਕ ਦਿਨ ਦੇ ਵਿੱਚ ਹੀ। ਛੋਟੂ ਦੇ ਪਿਓ ਨੂੰ 10 ਦਿਨਾਂ ਦੀ ਛੁੱਟੀ ਦਵਾ ਕੇ ਉਸ ਕੋਲ ਛੱਡ ਆਏ ਸੀਗੇ ਤਾਂ ਜੋ ਉਹ ਖਿਆਲ ਰੱਖ ਲਵੇ। ਪਰ ਕਿਤੇ ਨਾ ਕਿਤੇ ਫਿਰ ਮਾਪਿਆਂ ਨੂੰ ਇਸ ਗੱਲ ਦੀ ਫਿਕਰ ਹੋਣ ਲੱਗ ਗਈ ਕਿ ਵੀ ਰਿਸ਼ੀ ਦਾ ਵਿਆਹ ਕਰਵਾ ਦਿੱਤਾ ਜਾਵੇ। ਰਿਸ਼ੀ 15 ਦਿਨਾਂ ਮਗਰੋਂ 5-6 ਘੰਟੇ ਦਾ ਸਫ਼ਰ ਕਰਕੇ ਫਿਰ ਪਟਿਆਲੇ ਪਹੁੰਚਦਾ ਹੁੰਦਾ ਸੀਗਾ। ਤੇ ਸਫ਼ਰ ਕਰਕੇ ਵਾਪਸ ਵੀ ਚਲੇ ਜਾਣਾ ਉਹਨੇ ਇੱਕ ਦਿਨ ਰਹਿ ਕੇ। ਜਾਂਦੇ ਨੂੰ ਮਾਂ ਨੇ ਕਈ ਚੀਜ਼ਾਂ ਬਣਾ ਕੇ ਨਾਲ ਬੰਨ੍ਹ ਦੇਣੀਆਂ, ਨਾਲ ਲੈ ਜਾਣੀਆਂ, ਤੇ ਕਈ ਹਦਾਇਤਾਂ ਵੀ ਕਰ ਦੇਣੀਆਂ। ਖਾਸ ਧਿਆਨ ਰੱਖਣਾ ਖਾਣ ਪੀਣ ਦਾ, ਇੱਧਰੋਂ ਢਿੱਲ ਨਹੀਂ ਕਰਨੀ ਪੁੱਤਰ। ਤੇ ਪਾਪਾ ਭਾਵੇਂ ਹੱਸ ਕੇ ਆਖ ਦਿੰਦੇ, ਭਲੀਏ ਲੋਕੇ ਹੁਣ ਇਹ ਬੱਚਾ ਥੋੜ੍ਹੀ ਹੈ, ਅਫਸਰ ਲੱਗ ਗਿਆ ਹੋਇਆ। ਮਾਂ ਨੇ ਅੱਗਿਓਂ ਜਵਾਬ ਦੇਣਾ ਵੀ ਮੇਰੇ ਲਈ ਤਾਂ ਇਹ ਬੱਚਾ ਹੀ ਹੈ ਨਾ। ਇਸ ਵਾਰੀ ਰਿਸ਼ੀ 15 ਦਿਨਾਂ ਮਗਰੋਂ ਨਾ ਆ ਸਕਿਆ। ਉਹਨੇ ਮਾਂ ਨੂੰ ਚਿੱਠੀ ਲਿਖੀ। ਸਾਰੀ ਚਿੱਠੀ 'ਚ ਮੋਟੇ ਅੱਖਰਾਂ 'ਚ ਸਿਰਫ ਇੰਨਾ ਹੀ ਲਿਖਿਆ ਹੋਇਆ ਸੀ, ਆਈ ਮਿਸ ਯੂ ਮਾਂ, ਆਈ ਮਿਸ ਯੂ ਮਾਂ। ਚਿੱਠੀ ਮਾਂ ਨੇ ਕਿੰਨੀ ਵਾਰੀ ਪੜ੍ਹੀ ਸੀ ਤੇ ਉਹਦਾ ਮਨ ਕੀਤਾ ਕਿ ਉਹ ਉੱਡ ਕੇ ਰਿਸ਼ੀ ਕੋਲ ਪਹੁੰਚ ਜਾਏ। ਜਦ ਉਹਨੂੰ ਛੱਡ ਕੇ ਆਏ, ਸਭ ਤੋਂ ਪਹਿਲਾਂ ਉਹ ਗਏ ਸੀਗੇ ਦਰਬਾਰ ਸਾਹਿਬ ਮੱਥਾ ਟੇਕਣ। ਬਹੁਤ ਚੰਗਾ ਲੱਗਿਆ ਸੀਗਾ। ਤੇ ਉਦੋਂ ਵੀ ਮਾਂ ਨੇ ਅਰਦਾਸ ਕੀਤੀ ਸੀਗੀ ਕਿ ਹੁਣ ਸਾਡੇ ਮੁੰਡੇ ਨੂੰ ਚੰਗੀ ਜਿਹੀ ਕੁੜੀ ਮਿਲ ਜਾਏ। ਇਸੇ ਵਾਸਤੇ ਹੀ ਫਿਕਰ ਹੋਰ ਵੱਧ ਹੀ ਗਈ। ਕੁੜੀ ਮਿਲੇ ਇਸ ਵਾਸਤੇ 2-4 ਜਣੇ ਨੂੰ ਕਹਿ ਵੀ ਛੱਡਿਆ ਸੀਗਾ। ਤੇ ਉਹਨਾਂ ਦੀ ਗਵਾਂਢਣ ਜਿਹੜੀ ਸੀਗੀ, ਉਹਨੇ ਆਪਣੀ ਭਤੀਜੀ ਨੀਲਮ ਦੀ ਦੱਸ ਪਾਈ। ਸਾਰਾ ਕੁਝ ਕੀਤਾ, ਦੇਖ ਦਿਖਾਈ ਹੋਈ, ਪਤਾ ਲੱਗਿਆ ਸਭ ਚੰਗਾ ਹੈ, ਤੇ ਵਿਆਹ ਵੀ ਧਰ ਲਿਆ। ਵਿਆਹ ਹੋ ਗਿਆ, ਕੋਈ ਲੈਣ ਦੇਣ ਨਹੀਂ ਕੀਤਾ, ਤੇ ਇਸ ਗੱਲ ਦੀ ਖੁਸ਼ੀ ਸੀ ਕਿ ਕੁੜੀ ਚੰਗੀ ਹੈ। ਜਦੋਂ ਜਾਣ ਲੱਗੇ ਫਿਰ ਅੰਮ੍ਰਿਤਸਰ ਨੂੰ, ਮਾਂ ਨੇ ਇਹ ਗੱਲ ਸਮਝਾ ਦਿੱਤੀ ਰਿਸ਼ੀ ਨੂੰ ਕਿ ਇਹ ਸਾਡੀ ਨੂੰਹ ਵੀ ਹੈ ਤੇ ਧੀ ਵੀ ਹੈ, ਇਸ ਦਾ ਭਾਈ ਤੂੰ ਖਿਆਲ ਰੱਖੀ। ਤੇ ਰਿਸ਼ੀ ਨੇ ਕਿਹਾ, ਲੈ ਇਹਨੇ ਮੇਰਾ ਖਿਆਲ ਰੱਖਣਾ ਕਿ ਮੈਂ ਇਹਦਾ ਖਿਆਲ ਰੱਖਣਾ? ਨੀਲਮ ਨੇ ਫਿਰ ਵਿੱਚ ਪੈ ਕੇ ਕਿਹਾ ਕਿ ਪਾਪਾ ਨੇ ਕਿਹਾ ਸੀ ਤੁਸੀਂ ਇੱਕ ਦੂਜੇ ਦਾ ਖਿਆਲ ਰੱਖਣਾ। ਹੁਣ ਰਿਸ਼ੀ 15 ਦਿਨਾਂ ਮਗਰੋਂ ਨਹੀਂ, ਨੀਲਮ ਨੂੰ ਨਾਲ ਲੈ ਕੇ ਮਹੀਨੇ ਜਾਂ 1.5 ਮਹੀਨੇ ਮਗਰੋਂ ਆਉਣ ਲੱਗ ਗਿਆ। ਉਨੇ ਹੀ ਦਿਨ ਵੱਧ ਗਏ। ਉਹ ਇੱਕ ਦਿਨ ਰਹਿ ਕੇ ਫਿਰ ਮੁੜ ਜਾਂਦੇ ਸੀਗੇ। ਇਸ ਵਾਰ ਰਿਸ਼ੀ ਇਕੱਲਾ ਹੀ ਆਇਆ। ਨੀਲਮ ਆਖਦੀ ਸੀ ਕਿ ਇੰਨੇ ਲੰਮੇ ਸਫ਼ਰ 'ਚ ਮੈਂ ਥੱਕ ਜਾਂਦੀ ਹਾਂ, ਨਾਲੇ ਪਿਛਲੀ ਵਾਰ ਮਾਂ ਨੂੰ ਮਿਲਿਆ ਹੀ ਸੀਗੀ।
ਫਿਰ ਰਿਸ਼ੀ ਅਗਲੀ ਵਾਰ ਵੀ ਇਕੱਲਾ ਹੀ ਚਲਾ ਗਿਆ। ਮਾਂ ਨੇ ਪੁੱਛਿਆ ਕਿ ਉਹ ਕਿਉਂ ਨਹੀਂ ਆਈ, ਨੀਲਮ ਕਿਉਂ ਨਹੀਂ ਆਈ ਨਾਲ, ਤੇ ਫਿਰ ਰਿਸ਼ੀ ਨੇ ਕਹਿਤਾ ਉਹਦੀ ਤਬੀਅਤ ਠੀਕ ਨਹੀਂ ਸੀਗੀ, ਉਹਦੀ ਤਬੀਅਤ ਢਿੱਲੀ ਰਹਿੰਦੀ ਹੈ। ਮਾਂ ਨੇ ਸੋਚਿਆ ਅੱਛਾ ਤਾਂ ਦੱਸੀ ਜ਼ਰਾ ਕਿ ਕੋਈ ਖੁਸ਼ਖਬਰੀ ਹੈ ਮੇਰੇ ਰਾਜੇ ਬੇਟੇ। ਕਹਿੰਦਾ ਤੁਸੀਂ ਆਪ ਹੀ ਜਾ ਕੇ ਪੁੱਛ ਲਈਓ। ਮਾਂ ਸਮਝ ਗਈ ਕਿ ਕੋਈ ਖੁਸ਼ਖਬਰੀ ਹੈ। ਮਾਂ ਐਤਕੀ ਉਹਦੇ ਨਾਲ ਚਲੀ ਗਈ ਖਿਆਲ ਰੱਖਣ ਵਾਸਤੇ ਆਪਣੀ ਨੂੰਹ ਦਾ। ਬੜੀ ਖੁਸ਼ ਹੋਈ ਆਪਣੀ ਨੂੰਹ ਨੂੰ ਮਿਲ ਕੇ, ਗੱਲਾਂ ਬਾਤਾਂ ਕਰਦੇ ਰਹਿਣਾ, ਤੇ ਕੁਝ ਸਮਾਂ ਰਹਿਣ ਆਈ ਸੀ ਕਿਉਂਕਿ ਪਿੱਛੇ ਰਿਸ਼ੀ ਦੇ ਪਾਪਾ ਵੀ ਇਕੱਲੇ ਸਨ ਤੇ ਵਾਪਸ ਮੁੜ ਜਾਣਾ ਸੀ। ਉੱਥੇ ਰਹਿੰਦਿਆਂ ਹੋਇਆਂ ਨੀਲਮ ਨੂੰ ਹਦਾਇਤਾਂ ਦੇਣੀਆਂ, ਰਿਸ਼ੀ ਨੂੰ ਸਮਝਾਉਣਾ ਕਿ ਬੱਚੇ ਦਾ ਖਿਆਲ ਰੱਖਣਾ ਹੈ ਤੁਸੀਂ। ਰੱਬ ਦਾ ਸ਼ੁਕਰ ਮਨਾਓ ਕਿ ਤੁਹਾਡੇ ਘਰ ਪਿਆਰਾ ਛੋਟਾ ਜਿਹਾ ਮਹਿਮਾਨ ਆ ਰਿਹਾ। ਰੱਬ ਭਾਗਾ ਵਾਲਿਆਂ ਤੇ ਮਿਹਰ ਕਰਦਾ, ਨਹੀਂ ਤਾਂ ਤਰਸਦੇ ਮਰ ਜਾਂਦੇ ਨੇ ਲੋਕ ਇਹਨਾਂ ਚੀਜ਼ਾਂ ਲਈ। ਸੋ ਇਹ ਮੰਤਰ ਦਿੱਤੇ ਕਿ ਕੀ ਚੀਜ਼ਾਂ ਦਾ ਖਿਆਲ ਰੱਖਣਾ, ਕਿਸ ਤਰ੍ਹਾਂ ਦਾ ਭੋਜਨ ਖਾਣਾ ਹੈ, ਕਿਸ ਤਰ੍ਹਾਂ ਦੀ ਸੋਚਣੀ ਰੱਖਣੀ ਹੈ, ਪਾਠ ਪੂਜਾ ਕਰਨੀ ਹੈ, ਕਿਉਂਕਿ ਬੱਚਾ ਤੁਹਾਡੇ ਗਰਭ ਦੇ ਅੰਦਰ ਹੈ। ਤੇ ਨੀਲਮ ਤੂੰ ਇਹਨਾਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੀ। ਇਹ ਸਭ ਕਰਕੇ ਸੰਭਾਲ ਕੇ ਮਾਂ ਵਾਪਸ ਆ ਗਈ। ਮਨ ਹੀ ਮਨ ਉਸ ਵੇਲੇ ਨੂੰ ਉਡੀਕਣ ਲੱਗੀ ਜਦੋਂ ਖੁਸ਼ਖਬਰੀ ਮਿਲ ਜਾਊਗੀ, ਬੱਚਾ ਇਸ ਦੁਨੀਆ 'ਚ ਆ ਜਾਏਗਾ। ਮਾਂ ਨੂੰ ਬੈਠੇ ਬੈਠੇ ਯਾਦ ਵੀ ਆਉਂਦੀ ਹੁੰਦੀ ਸੀਗੀ ਕਿ ਮੈਨੂੰ ਰਿਸ਼ੀ ਹੁਣ ਮਿਲਣ ਹੀ ਨਹੀਂ ਆਉਂਦਾ। ਮਾਂ ਜਦੋਂ ਪਟਿਆਲੇ ਮੁੜ ਆਈ, ਉੱਦਾਂ ਤਾਂ ਉਹਨੂੰ ਚਾਅ ਰਹਿਣਾ ਕਿ ਬੱਚੇ ਨੇ ਆਉਣਾ ਆ। ਹਾਂ, ਹੁਣ ਰਿਸ਼ੀ ਨੀਲਮ ਦਾ ਖਿਆਲ ਰੱਖਣ 'ਚ ਵੀ ਮਸਰੂਫ ਹੋ ਗਿਆ, ਦੂਜਾ ਉਹਨੇ ਆਪਣੇ ਦਫ਼ਤਰ ਦੇ ਕੰਮ ਵੀ ਕਰਨੇ ਹੁੰਦੇ ਆ। ਇਸ ਵਾਰੀ ਘਰ ਛੁੱਟੀ ਆਏ ਰਿਸ਼ੀ ਨੂੰ 2 ਮਹੀਨੇ ਹੋ ਗਏ ਸੀ। ਕਦੇ ਕਦੇ ਮਾਂ ਨੂੰ ਉਹਦੇ ਤੇ ਗੁੱਸਾ ਆਉਂਦਾ। ਇੱਕ ਦਿਨ ਕੱਲੀ ਬੈਠੀ ਬੈਠੀ ਮਾਂ ਰੋਣ ਲੱਗ ਗਈ। ਫਿਰ ਮਨ ਹੀ ਮਨ ਆਖਣ ਲੱਗੀ, ਮੈਂ ਇਸ ਲਈ ਨਹੀਂ ਰੋਂਦੀ ਕਿ ਤੂੰ ਆਇਆ ਨਹੀਂ, ਮੈਂ ਇਸ ਲਈ ਰੋਂਦੀ ਆ ਕਿ ਤੈਨੂੰ ਮੇਰੇ ਵਾਂਗ ਕਿਸੇ ਨੇ ਹੋਰ ਨੇ ਨਹੀਂ ਉਡੀਕਣਾ। ਅਜੇ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਣੀ, ਜਦ ਤੇਰੇ ਬੱਚੇ ਹੋਣਗੇ ਤਦ ਤੈਨੂੰ ਸਮਝ ਲੱਗੂਗੀ ਇਸ ਗੱਲ ਦੀ। ਉਸਨੇ ਉੱਠ ਕੇ ਆਪਣੇ ਕੁੱਤੇ ਮੋਤੀ ਨੂੰ ਦੁੱਧ ਪਾਇਆ, ਉਸਦੀ ਪਿੱਠ ਉੱਪਰ ਹੱਥ ਫੇਰਦੀ ਕਹਿਣ ਲੱਗੀ ਕਿ ਮੋਤੀ, ਰਿਸ਼ੀ ਆਪਾਂ ਨੂੰ ਹੁਣ ਯਾਦ ਹੀ ਨਹੀਂ ਕਰਦਾ। ਇੱਕ ਤਾਂ ਉਸਨੂੰ ਕੰਮ ਬੜੇ ਰਹਿਣ ਲੱਗ ਪਿਆ, ਦੂਜਾ ਵਹੁਟੀ ਨੂੰ ਵੀ ਇਕੱਲਾ ਨਹੀਂ ਛੱਡਿਆ ਜਾ ਸਕਦਾ। ਮੈਨੂੰ ਆਖ ਹੀ ਦਿੰਦਾ ਕਿ ਮਾਂ ਤੂੰ ਆ ਕੇ ਮਿਲ ਜਾ। ਮੈਂ ਜਾ ਆਂਦੀ। ਫਿਰ ਇਹ ਖਬਰ ਆਈ ਕਿ ਬੱਚਾ ਹੋ ਗਿਆ ਹੈ ਤੇ ਨੀਲਮ ਆਪਣੇ ਪੇਕੇ ਚਲੀ ਗਈ ਸੀ। ਬਹੁਤ ਚਾਅ ਪਈ ਪੂਰੇ ਪਰਿਵਾਰ ਨੂੰ। ਸੋ ਸਾਰੇ ਗੁੱਸੇ ਗਿਲੇ ਜਿਹੜੇ ਮਾਂ ਦੇ ਸੀਗੇ ਕਿ ਰਿਸ਼ੀ ਮਿਲਣ ਨਹੀਂ ਸੀ ਆਇਆ, ਉਹ ਵੀ ਭੁਲਾ ਬੈਠੀ। ਤੇ ਫਿਰ ਜੋ ਕੁਝ ਲੈ ਕੇ ਜਾਣਾ ਸੀਗਾ ਆਪਣੀ ਨੂੰਹ ਵਾਸਤੇ, ਆਪਣੇ ਪੋਤੇ ਵਾਸਤੇ, ਉਹ ਸਾਰੇ ਚਾਅ ਪੂਰੇ ਕੀਤੇ। ਫਿਰ ਇਹ ਵੀ ਖਬਰ ਮਿਲੀ ਥੋੜੇ ਟਾਈਮ ਬਾਅਦ ਹੀ ਕਿ ਰਿਸ਼ੀ ਦੀ ਹੁਣ ਪਟਿਆਲੇ ਬਦਲੀ ਹੋ ਗਈ ਹੈ। ਮਾਂ ਨੂੰ ਇਸ ਗੱਲ ਦਾ ਵੀ ਬੜਾ ਚਾਅ ਚੜਿਆ, ਬਹੁਤ ਖੁਸ਼ੀ ਕਿ ਮੁੰਡੇ ਨੇ ਹੁਣ ਇੱਥੇ ਮੁੜ ਆਣਾ ਹੈ। ਪਰ ਕੀ ਪਤਾ ਸੀ ਕਿ ਰਿਸ਼ੀ ਤੇ ਉਹਦੇ ਪਰਿਵਾਰ ਨੇ ਇਹ ਸੋਚ ਲਿਆ ਸੀਗਾ ਕਿ ਉਹ ਤਾਂ ਸਰਕਾਰੀ ਕੋਠੀ 'ਚ ਰਹਿਣਗੇ। ਇਹਦੇ ਤੇ ਸੋਚੀ ਪੈ ਗਈ ਮਾਂ ਕਿ ਇੱਕੋ ਸ਼ਹਿਰ 'ਚ ਰਹਿਣਾ ਤੇ ਆਪਣੇ ਘਰ ਨਹੀਂ ਮੁੜਨਾ, ਸਰਕਾਰੀ ਕੋਠੀ 'ਚ ਰਹਿਣਾ। ਸੋ ਰਿਸ਼ੀ ਕਿਉਂਕਿ ਹੁਣ ਪਟਿਆਲੇ ਮੁੜਨ ਲੱਗਾ ਸੀਗਾ ਤੇ ਮਾਂ ਨੂੰ ਸੀਗਾ ਚਾਅ ਕਿ ਹੁਣ ਪੁੱਤ ਨੂੰ ਤੇ ਪੋਤੇ ਨੇ ਘਰ ਆ ਜਾਣਾ। ਪਰ ਪਾਪਾ ਨੇ ਇਹ ਗੱਲ ਦੱਸੀ ਕਿ ਉਹਨੇ ਤਾਂ ਸਰਕਾਰੀ ਕੋਠੀ 'ਚ ਰਹਿਣਾ ਹੈ। ਲੈ, ਆਪਣਾ ਘਰ ਇੱਥੇ ਕਿਤੇ ਹੈ ਨਹੀਂ, ਇਹਨੂੰ ਕੀ ਹੋਇਆ? ਨਹੀਂ, ਸਰਕਾਰੀ ਕੋਠੀ ਨੂੰ ਰੰਗ ਰੋਗਨ ਹੋ ਰਿਹਾ, ਉਹਨੇ ਉੱਥੇ ਰਹਿਣਾ। ਪਾਪਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਸਾਰੀ ਉਮਰ ਇੱਥੇ ਹੀ ਰਿਹਾ ਆ, ਹੁਣ ਕਿਹੜੀ ਗੱਲ ਹੋ ਗਈ? ਫਿਰ ਉਹਨਾਂ ਨੇ ਇਹ ਦੱਸਿਆ ਕਿ ਉਹ ਹੁਣ ਵੱਡਾ ਅਫਸਰ ਹੋ ਚੁੱਕਿਆ ਹੋਇਆ। ਤੇ 2-3 ਵਾਰੀ ਪਾਪਾ ਦੇ ਕਿਹਾ, ਸਮਝਾਇਆ, ਮਾਂ ਚੁੱਪ ਕਰ ਗਈ। ਮਹੀਨੇ ਦੇ ਅੰਦਰ ਅੰਦਰ ਹੀ ਕੋਠੀ ਤਿਆਰ ਹੋ ਗਈ ਤੇ ਰਿਸ਼ੀ ਉੱਥੇ ਆ ਵੀ ਗਿਆ। ਜਾ ਕੇ ਉਹ ਨੀਲਮ ਨੂੰ ਨਾਲ ਲੈ ਆਇਆ। ਮਾਂ ਦਾ ਖਿਆਲ ਸੀ ਕਿ ਰਿਸ਼ੀ ਸਭ ਤੋਂ ਪਹਿਲਾਂ ਉਸਨੂੰ ਆਪਣੀ ਕੋਠੀ ਦਿਖਾਉਣ ਲੈ ਕੇ ਜਾਏਗਾ, ਪਰ ਨੀਲਮ ਨੇ ਉਹਨਾਂ ਨੂੰ ਓਪਰਿਆਂ ਵਾਂਗ ਐਤਵਾਰ ਨੂੰ ਖਾਣੇ ਤੇ ਸੱਦਿਆ ਸੀ। ਮਾਂ ਨੂੰ ਤਾਂ ਸੀਗਾ ਪਹਿਲੇ ਦਿਨ ਹੀ ਚਲੇ ਜਾਵਾਂਗੇ, ਪਰ ਹੁਣ ਉਡੀਕ ਕਰਨੀ ਪੈਣੀ ਸੀ। ਫੇਰ ਵੀ ਐਤਵਾਰ ਨੂੰ ਜਦੋਂ ਮਾਂ ਪਿਓ ਰਿਸ਼ੀ ਦੀ ਕੋਠੀ ਗਏ ਤਾਂ ਉਹਨਾਂ ਨੂੰ ਬੜਾ ਚੰਗਾ ਲੱਗਿਆ। ਉਹਨਾਂ ਨੇ ਚੰਗੀ ਆਓ ਭਗਤ ਕੀਤੀ, ਆਪ ਵੀ ਆਪਣੇ ਬੱਚਿਆਂ ਵਾਸਤੇ ਬਹੁਤ ਸਾਰੇ ਤੋਹਫੇ ਤੇ ਪੋਤੇ ਵਾਸਤੇ ਖਿਡੌਣੇ ਲੈ ਕੇ ਗਏ ਸੀਗੇ। ਫੇਰ ਕੀ ਸੀ, ਫੇਰ ਰਿਸ਼ੀ ਪਹਿਲਾਂ ਵਾਂਗ ਬਿਜ਼ੀ ਹੋ ਗਿਆ, ਹੋਰ ਕੰਮ ਵੱਧ ਗਿਆ, ਜ਼ਿੰਮੇਵਾਰੀਆਂ ਹੁਣ ਵੱਧ ਗਈਆਂ ਸੀ ਉਹਦੀਆਂ। ਕਈ ਦਿਨ ਹੋ ਗਏ ਸੀ ਰਿਸ਼ੀ ਨੂੰ ਪਟਿਆਲੇ ਆਏ ਹੋਏ।
ਮਾਂ ਨੂੰ ਮਿਲਣ ਦੀ ਉਸ ਕੋਲ ਵੇਲ ਹੀ ਨਹੀਂ ਸੀ। ਹਾਰ ਕੇ ਇੱਕ ਦਿਨ ਰਿਕਸ਼ਾ ਲੈ ਕੇ ਮਾਂ ਆਪ ਉਹਨਾਂ ਦੀ ਕੋਠੀ ਮਿਲਣ ਚਲੀ ਗਈ। ਮਾਤਾ ਜੀ, ਕਿਸ ਨੂੰ ਮਿਲਣਾ? ਮਾਂ ਨੂੰ ਪਹਿਰੇਦਾਰ ਨੇ ਰੋਕ ਲਿਆ ਜੋ ਕੋਠੀ ਦੇ ਬਾਹਰ ਹੀ ਸੀ। ਮੈਂ ਰਿਸ਼ੀ ਦੀ ਮਾਂ, ਆਪਣੇ ਪੋਤੇ ਨੂੰ ਦੇਖਣ ਆਈ ਆ। ਪਹਿਰੇਦਾਰ ਪਿੱਛੇ ਹਟ ਗਿਆ। ਉਹਨੇ ਅਗਾਂਹ ਕੋਠੀ ਦੇ ਬੰਦ ਬੂਹੇ ਵੱਲ ਇਸ਼ਾਰਾ ਕੀਤਾ ਤੇ ਫਿਰ ਉਸਨੇ ਜਾ ਦਰਵਾਜ਼ਾ ਖੜਕਾਇਆ। ਨੀਲਮ ਨੂੰ ਮਿਲੀ, ਗੱਲਾਂ ਕੀਤੀਆਂ, ਬੱਚੇ ਲਈ ਫਿਰ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ। ਉਹਨੇ ਦੇਖਿਆ ਕਿ ਇਹ ਪਾਊਡਰ ਵਾਲਾ ਦੁੱਧ ਪਿਆ ਸੀਗਾ ਤੇ ਮਾਂ ਨੇ ਪੁੱਛ ਲਿਆ ਨੀਲਮ ਨੂੰ ਕਿ ਆਹ ਕੀ ਕਰਦਾ? ਇਹਨੂੰ ਨਾ ਮੇਰਾ ਦੁੱਧ ਹਜ਼ਮ ਨਹੀਂ ਹੁੰਦਾ। ਮਾਂ ਨੂੰ ਇਸ ਗੱਲ ਨੂੰ ਸੁਣਦਿਆਂ ਹੀ ਗੁੱਸਾ ਆਇਆ ਤੇ ਉਹਨੇ ਫੇਰ ਕਿਹਾ, ਆਹ ਗੱਲਾਂ ਨਾ ਠੀਕ ਨਹੀਂ, ਤੁਸੀਂ ਇੱਦਾਂ ਖਿਆਲ ਰੱਖਿਆ ਕਰੋ, ਉੱਦਾਂ ਖਿਆਲ ਰੱਖਿਆ ਕਰੋ। ਫੇਰ ਮਾਂ ਸਮਝਾਉਣ ਲੱਗੀ, ਪਰ ਨੀਲਮ ਨੂੰ ਮਾਂ ਦੀਆਂ ਇਹ ਗੱਲਾਂ ਫਜ਼ੂਲ ਲੱਗਦੀਆਂ ਸੀ। ਫਿਰ ਵਿੱਚ ਜਿਵੇਂ ਟਾਈਮ ਬੀਤਦਾ ਗਿਆ, ਰਿਸ਼ੀ ਨੂੰ ਆਪ ਨੂੰ ਵੀ ਕਿਤੇ ਕਿਤੇ ਅਹਿਸਾਸ ਹੋਣਾ ਕਿ ਮੈਨੂੰ ਘਰ ਗਿਆ, ਮਾਂ ਨੂੰ ਮਿਲਿਆ ਤਾਂ ਬਹੁਤ ਹੀ ਟਾਈਮ ਹੋ ਗਿਆ। ਉਹਨੇ ਨੀਲਮ ਨੂੰ ਕਿਹਾ ਵੀ ਕਿ ਮਾਂ ਵੱਲ ਜਾ ਆਈਏ ਕਿਸੇ ਦਿਨ। ਨੀਲਮ ਨੇ ਕਹਿ ਦੇਣਾ, ਅੱਜ ਤਾਂ ਮੇਰੀ ਸਹੇਲੀ ਨੇ ਆਉਣਾ। ਫਿਰ ਉਹਨੇ ਕਿਸੇ ਦਿਨ ਕਹਿ ਦੇਣਾ ਸ਼ਾਪਿੰਗ ਤੇ ਜਾਣਾ। ਇੱਕ ਦਿਨ ਰਿਸ਼ੀ ਨੇ ਦਫ਼ਤਰ ਤੋਂ ਹੀ ਫੋਨ ਕਰਤਾ ਕਿ ਵੀ ਅੱਜ ਮਾਂ ਹੁਣਾਂ ਵੱਲ ਜਾ ਕੇ ਆਣਾ ਆ, ਬੜੇ ਦਿਨ ਹੋ ਗਏ। ਤੇ ਉਹ ਕਹਿਣ ਲੱਗੀ ਵੀ ਲੈ, ਉਹ ਹੁਣ ਤਾਂ ਐਗਜ਼ੀਬਿਸ਼ਨ ਲੱਗੀ ਹੋਈ ਆ, ਡਾਇਮੰਡ ਜੁਐਲਰੀ ਦੀ ਐਗਜ਼ੀਬਿਸ਼ਨ ਲੱਗੀ ਆ, ਚਲੋ ਫੇਰ ਜਾਵਾਂਗੇ। ਨਹੀਂ, ਉਹ ਅੱਜ ਤਾਂ ਹੀ ਸੀਗੀ। ਨਹੀਂ, ਫੇਰ ਦੇਖ ਲਾਂਗੇ ਅਗਲੀ ਵਾਰ। ਨਹੀਂ, ਤੁਸੀਂ ਸਿੱਧਾ ਕਹਿ ਦਿਓ ਨਹੀਂ ਕੁਛ ਲੈ ਕੇ ਦੇਣਾ ਤਾਂ ਠੀਕ ਹੈ, ਤੁਸੀਂ ਜਾ ਆਈਓ, ਫਿਰ ਮੈਂ ਨਹੀਂ ਜਾਣਾ। ਰਿਸ਼ੀ ਮਜਬੂਰ ਤੇ ਕਹਿਣ ਲੱਗਿਆ ਚੱਲ ਠੀਕ ਹੈ, ਐਗਜ਼ੀਬਿਸ਼ਨ ਤੇ ਚਲੇ ਜਾਵਾਂਗੇ। ਏਦਾਂ ਹੋਇਆ ਕਿ ਇੱਕ ਦਿਨ ਰਿਸ਼ੀ ਜਦੋਂ ਉਹਨਾਂ ਵੱਲ ਆਇਆ ਤਾਂ ਮੰਮੀ ਪਾਪਾ ਨਾਲ ਬੈਠਾ ਗੱਲਾਂ ਕਰਦਾ ਸੀਗਾ। ਪਾਪਾ ਨੇ ਦੱਸਿਆ ਕਿ ਵੀ 3 ਮਹੀਨੇ ਲਈ ਕੈਨੇਡਾ ਜਾ ਰਿਹਾ, ਤੇਰੇ ਚਾਚਾ ਜੀ ਨੇ ਬਹੁਤ ਕਿਹਾ ਆ, ਕਹਿੰਦੇ ਕਿ ਤੁਹਾਡੀ ਸੀਟ ਬੁੱਕ ਕਰਾਤੀ, ਹੁਣ ਆਣਾ ਹੀ ਪੈਣਾ। ਰਿਸ਼ੀ ਹੈਰਾਨ ਹੋਇਆ, ਕਦੋਂ ਦੀ ਕਰਾਈ ਹੈ? ਇਸੇ ਐਤਵਾਰ ਦੀ ਕਰਾਈ ਹੈ। ਉਹਨੇ ਪੁੱਛਿਆ ਮਾਂ ਦਾ ਕੀ ਬਣੂਗਾ? ਉਹ ਤੇਰੀ ਮਾਂ ਨੂੰ ਕਿੰਨੀ ਵਾਰ ਕਿਹਾ ਹੈ ਉਧਰ ਰਿਸ਼ੀ ਵੱਲ ਜਾ ਕੇ ਰਹਿ ਲਈ, ਪਰ ਉਹ ਮੰਨਦੀ ਨਹੀਂ, ਉਹਨੇ ਮਨਾ ਕਰਤਾ। ਤੇ ਰਿਸ਼ੀ ਨੇ ਵੀ 1-2 ਵਾਰੀ ਕਿਹਾ ਮਾਂ ਨੂੰ ਕਿ ਵੀ ਮਾਂ ਸਾਡੇ ਕੋਲ ਚਲੋ, ਤੁਸੀਂ ਉੱਥੇ ਰਹਿ ਲਈਓ, ਪਰ ਮਾਂ ਨਹੀਂ ਮੰਨੀ। ਉਹਦਾ ਜਾਣ ਨੂੰ ਜੀ ਨਹੀਂ ਸੀ ਕਰਦਾ। ਤੇ ਕੰਮ ਲਈ ਫਿਰ ਬਿਜ਼ੀ ਹੋ ਗਿਆ ਰਿਸ਼ੀ। ਪਾਪਾ ਕੈਨੇਡਾ ਚਲੇ ਗਏ, ਮਾਂ ਪਿੱਛੇ ਛੋਟੂ ਤੇ ਮੋਤੀ ਦੇ ਨਾਲ। ਇੱਕ ਵਾਰੀ ਬੌਸ ਨੇ ਕਹਿ ਦਿੱਤਾ ਰਿਸ਼ੀ ਨੂੰ ਕਿ ਚੱਲ ਆਪਾਂ ਦਿੱਲੀ ਜਾਣਾ, ਜ਼ਰੂਰੀ ਕੰਮ ਹੈ। ਤੇ ਰਿਸ਼ੀ ਨੇ ਕਿਹਾ ਕਿ ਠੀਕ ਹੈ ਬਈ। ਦੱਸਿਆ ਉਹਨੇ ਨੀਲਮ ਨੂੰ ਕਿ ਮੈਨੂੰ ਹੁਣ ਜਾਣਾ ਪੈਣਾ ਆ ਤੇ ਤੂੰ ਇਕੱਲੀ ਕੀ ਰਹਿਣਾ ਆ, ਏਦਾਂ ਕਰ ਮਾਂ ਨੂੰ ਬੁਲਾ ਲੈ ਆਪਣੇ ਕੋਲ। ਉਹ ਕਹਿੰਦੀ ਨਹੀਂ ਠੀਕ ਹੈ, ਮੈਨੂੰ ਇੱਥੇ ਕੋਈ ਡਰ ਨਹੀਂ ਹੈ, ਮਾਂ ਜੀ ਨੂੰ ਕਾਹਨੂੰ ਤੰਗ ਕਰਨਾ। ਕੋਠੀ ਦੇ ਬਾਹਰ ਪਹਿਰੇਦਾਰ ਹੈ ਤੇ ਨਾਲੇ ਸਰਵੈਂਟ ਕੁਆਟਰ ਹੈਗੇ ਆ, ਡਰਾਈਵਰ ਤੇ ਕੁੱਕ ਦੀਆਂ ਫੈਮਲੀਜ਼ ਵੀ ਤੇ ਰਹਿੰਦੀਆਂ, ਮੈਂ ਕਿਹੜਾ ਇਕੱਲੀ ਆ ਇੱਥੇ। ਬੌਸ ਦੇ ਦਿੱਲੀ ਗਿਆ ਨਾਲ ਰਹਿੰਦੇ ਹੋਏ ਰਿਸ਼ੀ ਨੇ ਮਹਿਸੂਸ ਕੀਤਾ ਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਤੇ ਬੌਸ ਦੇ ਪਰਿਵਾਰ ਵਾਲੇ ਵੀ ਵਿੱਚ ਮਿਲਣ ਆ ਜਾਂਦੇ ਆ, ਤੇ ਕਿਤੇ ਨਾ ਕਿਤੇ ਉਹ ਆਪਣੇ ਪਰਿਵਾਰ ਨੂੰ ਦਿੱਲੀ ਰਹਿੰਦਿਆਂ ਹੋਇਆਂ ਮਿਸ ਕਰ ਰਿਹਾ ਸੀਗਾ। ਕੰਮ ਮੁੱਕਣ ਹੀ ਵਾਲੇ ਸੀ ਦਿੱਲੀ ਦੇ ਤੇ ਉਹਨੇ ਕਿਹਾ ਕਿ ਮੈਂ ਇੱਕ ਦਿਨ ਪਹਿਲਾਂ ਨਿਕਲ ਜਾਣਾ ਚਾਹੁੰਦਾ ਆ। ਬੌਸ ਨੇ ਕਿਹਾ ਠੀਕ ਹੈ, ਤੂੰ ਚਲੇ ਜਾਈਂ। ਤੇ ਰਿਸ਼ੀ ਦਾ ਦਿਲ ਉਸ ਦਿਨ ਪਤਾ ਨਹੀਂ ਕਾਹਤੋਂ ਕਾਲਾ ਪੈ ਰਿਹਾ ਸੀਗਾ। ਉਹਨੂੰ ਮਾਂ ਦੀ ਬੜੀ ਯਾਦ ਆਈ ਜਾਂਦੀ ਸੀ ਉੱਥੇ ਬੈਠੇ ਨੂੰ। ਕਾਫੀ ਦਿਨ ਹੋ ਗਏ ਸੀ ਮਾਂ ਵੱਲ ਗਏ ਨੂੰ। ਉਹ ਆਪਣੇ ਆਪ ਨੂੰ ਕਸੂਰਵਾਰ ਸਮਝਣ ਲੱਗ ਪਿਆ ਸੀਗਾ। ਦੂਜੇ ਪਾਸੇ ਮਾਂ ਬਿਮਾਰ ਵੀ ਹੋਈ ਸੀ। ਆਪ ਨੂੰ ਰਿਸ਼ੀ ਕਸੂਰਵਾਰ ਸਮਝਣ ਲੱਗ ਗਿਆ ਕਿ ਬਹੁਤ ਚਿਰ ਹੋ ਗਿਆ ਮਾਂ ਨੂੰ ਮਿਲ ਨਹੀਂ ਹੋਇਆ। ਹਾਂ, ਕੰਮ ਬਹੁਤ ਸਾਰੇ ਨੇ ਤੇ ਦਿੱਲੀ ਬੈਠੇ ਨੂੰ ਕਾਹਲ ਪੈਣ ਲੱਗ ਗਈ ਕਿ ਹੁਣ ਛੇਤੀ ਜਾਇਆ ਜਾਵੇ। ਉਧਰ ਮਾਂ ਨੂੰ ਪਹਿਲਾਂ ਹਲਕਾ ਜਿਹਾ ਬੁਖਾਰ ਹੋ ਗਿਆ, ਫਿਰ ਤੇਜ਼ ਬੁਖਾਰ ਹੋ ਗਿਆ। ਉਹਨੇ ਸੋਚਿਆ ਕਿ ਰਿਕਸ਼ਾ ਮੰਗਵਾ ਕੇ ਆਪ ਹੀ ਡਾਕਟਰ ਨੂੰ ਦਿਖਾਵਾਂ, ਪਰ ਉਹਦੇ ਤੋਂ ਜਿਵੇਂ ਖੜਿਆ ਹੀ ਨਹੀਂ ਸੀ ਜਾ ਰਿਹਾ। ਉਹਨੇ ਛੋਟੂ ਨੂੰ ਰਿਸ਼ੀ ਦੇ ਘਰ ਭੇਜਿਆ ਕਿ ਮਾਂ ਜੀ ਦੀ ਤਬੀਅਤ ਠੀਕ ਨਹੀਂ ਹੈ। ਨੀਲਮ ਨੇ ਦੱਸਿਆ ਕਿ ਉਹ ਤਾਂ ਦਿੱਲੀ ਗਏ ਹੋਏ ਆ, ਮੈਂ ਕੱਲ ਆਵਾਂਗੀ ਮਾਂ ਜੀ ਕੋਲ। ਫਿਰ ਛੋਟੂ ਆਪ ਹੀ ਦਵਾਈਆਂ ਦੀ ਦੁਕਾਨ ਤੇ ਜਾ ਕੇ ਇਹ ਕਹਿ ਕੇ ਕਿ ਮਾਂ ਜੀ ਨੂੰ ਬੁਖਾਰ ਹੈ, ਦਵਾਈ ਲੈ ਆਇਆ। ਮਾਂ ਨੇ ਦਵਾਈ ਖਾ ਤਾਂ ਲਈ ਸੀ, ਪਰ ਕੋਈ ਫਰਕ ਨਹੀਂ ਸੀ ਪਿਆ। ਉਸਦੀ ਤਬੀਅਤ ਹੋਰ ਵੀ ਖਰਾਬ ਹੋ ਗਈ।
ਛੋਟੂ ਦੇ ਸਮਝ ਕੁਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਮਾਂ ਨੇ ਵੀ ਉਹਨੂੰ ਕੁਝ ਨਹੀਂ ਸੀ ਕਿਹਾ। ਪਤਾ ਹੀ ਨਹੀਂ ਕੀ ਸੋਚ ਕੇ ਮਾਂ ਦੀਆਂ ਅੱਖਾਂ 'ਚ ਪਾਣੀ ਭਰ ਆਇਆ। ਦੁਪਹਿਰ ਵੇਲੇ ਉਸਨੇ ਆਪਣੇ ਸਿਰਹਾਣੇ ਹੇਠਾਂ ਰੱਖੀ ਇੱਕ ਚਿੱਠੀ ਕੱਢੀ, ਜਿਹਦੇ ਉੱਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਰਿਸ਼ੀ ਨੇ, ਆਈ ਮਿਸ ਯੂ ਮਾਂ, ਆਈ ਮਿਸ ਯੂ ਮਾਂ। ਮਾਂ ਨੇ ਰਿਸ਼ੀ ਦੀ ਲਿਖੀ ਇਹ ਚਿੱਠੀ ਹੱਥ 'ਚ ਘੁੱਟ ਲਈ। ਉਸ ਦਾ ਸਾਰਾ ਜਿਸਮ ਟੁੱਟਦਾ ਜਾ ਰਿਹਾ ਸੀ। ਰਿਸ਼ੀ ਨੇ ਤੀਜੇ ਪਹਿਰ ਬਿਨਾਂ ਖਾਧੇ ਪੀਤੇ ਉੱਥੇ ਡਰਾਈਵਰ ਨੂੰ ਵਾਪਸ ਚੱਲਣ ਲਈ ਕਿਹਾ। ਬੌਸ ਨੇ ਉਹਦਾ ਧੰਨਵਾਦ ਕੀਤਾ ਕਿ ਤੂੰ ਆਇਆ, ਮੇਰੇ ਨਾਲ ਕੰਮ ਕਰਾਏ। ਵਾਪਸ ਜਾਂਦਾ ਹੋਇਆ ਰਿਸ਼ੀ ਸੋਚ ਰਿਹਾ ਸੀ ਕਿ ਬੇਸ਼ੱਕ ਜਿੰਨਾ ਮਰਜ਼ੀ ਹਨੇਰਾ ਹੋ ਜਾਏ, ਮੈਂ ਸਿੱਧਾ ਮਾਂ ਕੋਲ ਹੀ ਜਾਣਾ। ਮਾਂ ਥੋੜਾ ਜਿਹਾ ਗੁੱਸਾ ਤਾਂ ਕਰੇਗੀ, ਪਰ ਫਿਰ ਆਪੇ ਹੀ ਮੰਨ ਜਾਏਗੀ। ਥੋੜਾ ਤੇਜ਼ ਚਲਾਵੇ ਹੀ, ਉਹਨੇ ਡਰਾਈਵਰ ਨੂੰ ਕਿਹਾ ਕਿ ਗੱਡੀ ਹੋਰ ਤੇਜ਼ ਕਰ। ਸਰ, ਆਪਾਂ ਤਾਂ ਪਹਿਲਾਂ ਹੀ ਕਾਫੀ ਸਪੀਡ ਤੇ ਜਾ ਰਹੇ ਹਾਂ। ਜਦ ਉਹਨਾਂ ਨੂੰ ਟੋਲ ਟੈਕਸ ਤੇ ਖੜਾ ਲਿਆ ਗਿਆ, ਉਦੋਂ ਰਿਸ਼ੀ ਦਾ ਜੀ ਕੀਤਾ ਕਿ ਅੱਗੇ ਖੜੇ ਵਾਹਨਾਂ 'ਚ ਟੱਕਰ ਮਾਰ ਕੇ ਇੱਧਰ ਉੱਧਰ ਹੋ ਕੇ ਨਾ ਛੇਤੀ ਚਲਿਆ ਜਾਵੇ। ਪਤਾ ਨਹੀਂ ਇੰਨਾ ਹੀ ਐਂਕਸ਼ੀਅਸ ਹੋਈ ਜਾਂਦਾ ਸੀ, ਇੰਨੀ ਕਾਹਲ ਪਈ ਜਾਂਦੀ ਸੀਗੀ ਉਹਨੂੰ। ਟੋਲ ਟੈਕਸ ਵਾਲੇ ਤੋਂ ਬਣਦੇ ਪੈਸੇ ਲੈਣ ਲਈ ਉਹ ਰੁਕਿਆ ਵੀ ਨਹੀਂ। ਰਾਹ ਮਿਲਦਿਆਂ ਹੀ ਡਰਾਈਵਰ ਨੇ ਫੇਰ ਗੱਡੀ ਭਜਾ ਲਈ। ਅੱਜ ਜੇ ਮਾਂ ਜੀ ਨੂੰ ਪਤਾ ਲੱਗਿਆ ਨਾ ਕਿ ਗੱਡੀ ਇੰਨੀ ਤੇਜ਼ ਭਜਾਈ ਹੈ ਤਾਂ ਤੁਸੀਂ ਜ਼ਰੂਰ ਮੇਰੇ ਜੁੱਤੀਆਂ ਪਵਾਉਣੀਆਂ ਸਰ ਜੀ। ਡਰਾਈਵਰ ਡਰ ਰਿਹਾ ਸੀਗਾ। ਥੋੜੀ ਰਾਤ ਗਏ ਤੱਕ ਉਹ ਮਾਂ ਦੇ ਘਰ ਪੁੱਜ ਹੀ ਗਏ। ਰਿਸ਼ੀ ਫਾਟਕ ਖੋਲ ਕੇ ਅੰਦਰ ਗਿਆ। ਮੋਤੀ ਪਹਿਲਾਂ ਵਾਂਗ ਛਲਾਂਗਾ ਮਾਰਦਾ ਉਹਦੇ ਵੱਲ ਭੱਜਿਆ ਆਇਆ, ਪਰ ਉਹਨੂੰ ਜਿਵੇਂ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੰਦਰ ਜਾ ਕੇ ਰਿਸ਼ੀ ਨੇ ਦੇਖਿਆ ਕਿ ਮਾਂ ਕੋਲ ਇੱਕ ਪਾਸੇ ਛੋਟੂ ਪੀੜੀ ਢਾਹ ਕੇ ਬੈਠਾ ਹੋਇਆ ਉਂਗਲਾ ਰਿਹਾ ਸੀ। ਰਿਸ਼ੀ ਦੇ ਆਉਣ ਦਾ ਖੜਕਾ ਸੁਣ ਕੇ ਉੱਬੜਵਾਏ ਜਾਗਿਆ ਤੇ ਬੋਲਿਆ ਕਿ ਮਾਂ ਜੀ ਕੋਈ ਗੱਲ ਨਹੀਂ ਕਰ ਰਹੇ, ਪਤਾ ਨਹੀਂ ਕਿਉਂ ਨਹੀਂ ਬੋਲ ਰਹੇ, ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਹੈ। ਰਿਸ਼ੀ ਮਾਂ ਦੇ ਨੇੜੇ ਗਿਆ, ਉਸਦੀ ਨਬਜ਼ ਟੋਈ, ਮੱਥੇ ਤੇ ਹੱਥ ਰੱਖਿਆ। ਮਾਂ ਪਤਾ ਨਹੀਂ ਕਦੋਂ ਦੀ ਜਾ ਚੁੱਕੀ ਸੀ। ਉਸਨੇ ਮਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ ਹੱਥ 'ਚੋਂ ਚਿੱਠੀ ਕੱਢੀ ਜੋ ਰਿਸ਼ੀ ਦੀ ਆਪਣੀ ਹੀ ਲਿਖੀ ਹੋਈ ਸੀ। ਆਈ ਮਿਸ ਯੂ ਮਾਂ, ਆਈ ਮਿਸ ਯੂ ਮਾਂ। ਉਹ ਬੱਚਿਆਂ ਵਾਂਗ ਵਿਲਕ ਕੇ ਮਾਂ ਦੇ ਗਲ ਲੱਗ ਕੇ ਰੋਣ ਲੱਗ ਗਿਆ। ਮਾਂ ਦੀਆਂ ਅੱਧ ਖੁੱਲੀਆਂ ਅੱਖਾਂ ਵੱਲ ਦੇਖ ਕੇ ਉਸਨੂੰ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ, ਆਈ ਮਿਸ ਯੂ ਮੇਰੇ ਰਾਜੇ, ਆਈ ਮਿਸ ਯੂ ਮੇਰਾ ਰਾਜਾ ਬੇਟਾ।